ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਸ਼੍ਰੀ ਗੁਰੂ ਅੰਗਦ ਦੇਵ ਜੀ ਗੋਇੰਦਵਾਲ ਸਾਹਿਬ ਗਏ। ਉੱਥੇ ਜਾ ਕੇ ਆਪਣੇ ਸੇਵਕ ਸ਼੍ਰੀ ਅਮਰਦਾਸ ਜੀ ਨੂੰ ਦਰਸ਼ਨ ਦਿੱਤੇ ਅਤੇ ਰਸੀਲੇ ਬਚਨ ਵਿਲਾਸ ਕੀਤੇ। ਸਹਿ ਸੁਆਹ ਵਾਪਸ ਆ ਰਹੇ ਸਨ ਕਿ ਰਸਤੇ ਵਿੱਚ ਸ਼ੀਹਾਂ ਉੱਪਲ ਮਿਲ ਪਿਆ। ਉਸਨੇ ਵੇਖਦਿਆਂ ਹੀ ਚਰਨਾਂ 'ਤੇ ਵੰਦਨਾ ਕੀਤੀ ਅਤੇ ਹਿਰਦੇ ਵਿੱਚ ਦੀਨ ਹੋ ਕੇ ਸ਼ਰਧਾ ਧਾਰਨ ਕੀਤੀ। ਸ਼ੀਹੇ ਦੇ ਪਾਸ 100 ਬੱਕਰਾ ਵੇਖ ਕੇ ਗੁਰੂ ਜੀ ਨੇ ਬਚਨ ਕੀਤੇ, ਹੇ ਸ਼ੀਹਾਂ, ਇਹ ਬੱਕਰੇ ਕਾਹਦੇ ਵਾਸਤੇ ਲਿਆਏ ਹੋ? ਇੰਨੇ ਬੱਕਰੇ ਕਿਉਂ ਇਕੱਠੇ ਕੀਤੇ ਹਨ? ਸ਼ੀਹੇ ਨੇ ਹੱਥ ਜੋੜ ਕੇ ਦੱਸਿਆ, ਹੇ ਭਗਵੰਤ ਰੂਪ ਸਤਿਗੁਰੂ ਜੀ, ਮੇਰੇ ਪੁੱਤਰ ਦੇ ਮੁੰਡਨ ਹੋ ਰਹੇ ਹਨ। ਮੈਂ ਉਸ ਸਮੇਂ ਬਹੁਤ ਵੱਡਾ ਉਤਸ਼ਾਹ ਕਰਨਾ ਚਾਹੁੰਦਾ ਹਾਂ। ਸਾਡੀ ਕੁੱਲ ਦੇ ਸਾਰੇ ਲੋਕ ਇਕੱਠੇ ਹੋਣਗੇ। ਜਿਸ ਤਰ੍ਹਾਂ ਸਾਡੇ ਵੱਡੇ ਵਡੇਰੇ ਕਰਦੇ ਆਏ ਹਨ, ਉਸ ਤਰ੍ਹਾਂ ਮੈਂ ਵੀ ਵਿਵਹਾਰ ਕਰਨਾ ਚਾਹੁੰਦਾ ਹਾਂ। ਜਿਹੜੇ ਸਾਡੇ ਸਾਕ ਸੰਬੰਧੀ ਆਉਣਗੇ, ਉਹ ਮਾਸ ਦਾ ਭੋਜਨ ਛਕਣਗੇ। ਸਾਡੇ ਵਡੇਰਿਆਂ ਦੀ ਇਹ ਰਸਮ ਹੈ ਕਿ ਉਸ ਦਿਨ ਚਾਵਲ ਅਤੇ ਮਾਸ ਦਾ ਭੋਜਨ ਦਿੰਦੇ ਹਨ। ਅਨੇਕ ਪ੍ਰਕਾਰ ਨਾਲ ਖੁਸ਼ੀ ਮਨਾਈ ਜਾਂਦੀ ਹੈ। ਕੁੱਲ ਦੇ ਸਾਰੇ ਲੋਕ ਇਕੱਠੇ ਹੁੰਦੇ ਹਨ। ਇਹ ਸੁਣ ਕੇ ਕਿਰਪਾਲੂ ਗੁਰੂ ਜੀ ਮੁਸਕਰਾਏ। ਉਸ ਦਾ ਭਲਾ ਕਰਨ ਵਾਸਤੇ ਗੁਰੂ ਜੀ ਨੇ ਬਚਨ ਕੀਤੇ, ਇੰਨੇ ਜੀਵਾਂ ਨੂੰ ਮਾਰ ਕੇ ਵਿਸ਼ਾਲ ਪਾਪ ਆਪਣੇ ਸਿਰ ਧਾਰਨ ਕਰੇਗਾ। ਹੁਣ ਤਾਂ ਇਹ ਸਮਝਦਾ ਹੈ ਕਿ ਤੂੰ ਬਹੁਤ ਚੰਗਾ ਕੰਮ ਕਰ ਰਿਹਾ ਹੈ, ਪਰ ਅੰਤ ਨਰਕਾਂ ਵਿੱਚ ਪੈ ਕੇ ਮਹਾ ਦੁੱਖ ਪ੍ਰਾਪਤ ਕਰੇਗਾ। ਜੰਮ ਦੇ ਦੂਤ ਤੈਨੂੰ ਵੱਡਾ ਦੰਡ ਦੇਣਗੇ। ਉੱਥੇ ਤੇਰੇ ਸੰਬੰਧੀ ਜਾਂ ਪੁੱਤਰ ਨਹੀਂ ਪਹੁੰਚਣਗੇ। ਜਿਨ੍ਹਾਂ ਦੇ ਹਿੱਤ ਵਾਸਤੇ ਇਹ ਪਾਪੀ ਕਰਮ ਕਮਾਉਣ ਲੱਗੇ ਹੋ, ਉਹ ਨਰਕਾਂ ਵਿੱਚ ਤੁਹਾਡੀ ਕੋਈ ਵੀ ਸਹਾਇਤਾ ਨਹੀਂ ਕਰ ਸਕਣਗੇ। ਸਾਰੇ ਲੋਕ ਸੁੱਖ ਭੋਗਣਗੇ, ਬਿਪਤਾ ਤੈਨੂੰ ਪੈ ਜਾਏਗੀ, ਜਿਸ ਕਾਰਨ ਤੈਨੂੰ ਵੱਡਾ ਦੁੱਖ ਹੋਵੇਗਾ। ਧਰਮਰਾਜ ਜਦ ਲਿਖਾ ਕਰੇਗਾ ਤਾਂ ਮਹਾ ਦੁੱਖ ਪਾਏਗਾ, ਕੋਈ ਕਸਰ ਬਾਕੀ ਨਹੀਂ ਰਹੇਗੀ। ਇਹ ਸੁਣ ਕੇ ਸ਼ੀਹਾਂ ਬਹੁਤ ਡਰ ਗਿਆ ਅਤੇ ਬੋਲਿਆ, ਉਸ ਤਰ੍ਹਾਂ ਹੀ ਕਰਾਂਗਾ ਜਿਵੇਂ ਤੁਹਾਡੀ ਆਗਿਆ ਹੋਵੇਗੀ। ਹੇ ਗੁਰੂ ਜੀ, ਮੈਂ ਕੀ ਉਪਾਅ ਕਰਾਂ ਜਿਸ ਕਰਕੇ ਮੈਂ ਜੀਵ ਹੱਤਿਆ ਤੋਂ ਬਚ ਜਾਵਾਂ? ਮੈਨੂੰ ਚੰਗੀ ਗੱਲ ਦੱਸੋ, ਜਿਸ ਤਰ੍ਹਾਂ ਮੈਂ ਬਚ ਵੀ ਰਹਾਂ ਅਤੇ ਜਿਸ ਤਰ੍ਹਾਂ ਮੈਂ ਚਾਹੁੰਦਾ ਹਾਂ ਉਸ ਤਰ੍ਹਾਂ ਵੀ ਕਰ ਲਵਾਂ। ਮੈਨੂੰ ਪਾਪ ਨਾ ਲੱਗੇ ਅਤੇ ਨਰਕ ਵਿੱਚ ਨਾ ਪਵਾਂ। ਜੀਵ ਘਾਤ ਕਰਨ ਤੋਂ ਮੇਰਾ ਚਿੱਤ ਡਰ ਗਿਆ ਹੈ। ਆਪ ਸ਼ਕਤੀਵਾਨ ਹਰ ਤਰ੍ਹਾਂ ਸਮਰੱਥ ਹੋ। ਹੇ ਪ੍ਰਭੂ ਜੀ, ਮੈਨੂੰ ਆਪਣਾ ਹੱਥ ਦੇ ਕੇ ਰੱਖ ਲਓ। ਤੁਹਾਡੇ ਨਾਲੋਂ ਵੱਡਾ ਮੈਂ ਕਿੱਥੋਂ ਲੱਭਾਂਗਾ? ਆਪ ਜੀ ਦੀ ਸ਼ਰਨ ਪੈ ਕੇ ਮੈਂ ਨਿਤ ਗੁਣ ਗਾਵਾਂਗਾ। ਇਹ ਮੈਨੂੰ ਦੱਸੋ, ਜਿਵੇਂ ਜੀਵ ਘਾਤ ਨਾ ਹੋਵੇ ਅਤੇ ਨਾ ਹੀ ਵਡੇਰਿਆਂ ਨੂੰ ਦੁਖੀ ਵੇਖਾਂ। ਅਜਿਹਾ ਉਪਾਅ ਹੁਣ ਆਪ ਜੀ ਫਰਮਾਓ। ਆਪਣਾ ਸੇਵਕ ਜਾਣ ਕੇ ਮੈਨੂੰ ਦੱਸੋ। ਉਸ ਦੀ ਇਸ ਤਰ੍ਹਾਂ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਦਇਆ ਕੀਤੀ ਅਤੇ ਇਸ ਤਰ੍ਹਾਂ ਬਚਨ ਕਹੇ, ਜਿਹੜੀ ਵੀ ਰੀਤੀ ਤੁਸੀਂ ਕਰਨੀ ਹੈ ਉਹ ਸਾਡੇ ਘਰ ਆ ਕੇ ਕਰੋ। ਦਿਲ ਦੇ ਸਾਰੇ ਭਰਮਾਂ ਨੂੰ ਦੂਰ ਕਰ ਲਓ। ਇਸ ਤਰ੍ਹਾਂ ਵਡੇਰਿਆਂ ਨੂੰ ਕੋਈ ਦੁੱਖ ਤਕਲੀਫ ਨਹੀਂ ਹੋਏਗੀ ਅਤੇ ਦੁੱਖਾਂ ਦਾ ਨਾਸ਼ ਕਰਕੇ ਸਤਨਾਮ ਦਾ ਸਿਮਰਨ ਕਰੋ। ਜਿਨ੍ਹਾਂ ਨੂੰ ਤੂੰ ਦੁਖਦਾਇਕ ਜਾਣਦਾ ਹੈ, ਜੋ ਤੇਰੇ ਵਿਘਨ ਪਾਉਣਗੇ, ਉਹ ਸਭ ਤਰ੍ਹਾਂ ਤੇਰੇ ਰਖਵਾਲੇ ਹੋਣਗੇ। ਸਾਰੇ ਤੈਨੂੰ ਸੁੱਖ ਦੇਣਗੇ ਅਤੇ ਤੇਰੇ ਕਿਸੇ ਕੰਮ ਨੂੰ ਵੀ ਨਹੀਂ ਵਿਗਾੜਨਗੇ। ਸਾਰੇ ਬੱਕਰਿਆਂ ਨੂੰ ਛੱਡ ਦਿਓ। ਇਸ ਤਰ੍ਹਾਂ ਨਰਕ ਨਹੀਂ ਵੇਖੋਗੇ ਅਤੇ ਘੋਰ ਦੁੱਖ ਵੀ ਨਹੀਂ ਪਾਓਗੇ। ਗੁਰੂ ਜੀ ਦੇ ਬਚਨ ਸੁਣ ਕੇ ਸ਼ੀਹੇ ਨੇ ਦਿਲ ਵਿੱਚ ਸ਼ਰਧਾ ਧਾਰਨ ਕੀਤੀ। ਆਪਣਾ ਹਿੱਤ ਜਾਣ ਕੇ ਹੱਥ ਜੋੜ ਕੇ ਖਲੋ ਗਿਆ। ਉਸੇ ਵੇਲੇ ਸਾਰੇ ਬੱਕਰੇ ਛੱਡ ਦਿੱਤੇ। ਗੁਰੂ ਜੀ ਦੇ ਚਰਨ ਕਮਲਾਂ ਨੂੰ ਆਪਣੇ ਮਨ ਵਿੱਚ ਧਾਰਨ ਕੀਤਾ। ਆਪਣੇ ਘਰ ਵਿੱਚ ਚਲਾ ਗਿਆ ਅਤੇ ਜਿੰਨੀ ਸਮੱਗਰੀ ਤਿਆਰ ਕੀਤੀ ਸੀ ਉਹ ਲਿਆ ਕੇ ਗੁਰੂ ਜੀ ਦੇ ਅੱਗੇ ਧਰ ਦਿੱਤੀ। ਆਪਣੇ ਸਾਰੇ ਸੰਬੰਧੀਆਂ ਨੂੰ ਉੱਥੇ ਬੁਲਾ ਲਿਆ। ਫਿਰ ਆਪਣੇ ਪੁੱਤਰ ਨੂੰ ਵੀ ਗੁਰੂ ਜੀ ਦੇ ਦੁਆਰੇ ਲਿਆਇਆ। ਜਿਵੇਂ ਵੰਸ਼ ਦੀ ਮੁੰਡਨ ਰਸਮ ਚੱਲਦੀ ਸੀ, ਉਸ ਤਰ੍ਹਾਂ ਹੀ ਭਲੀ ਭਾਂਤ ਮੁੰਡਨ ਕਰਵਾ ਲਏ।
ਦਾਲ ਚਾਵਲ ਦਾ ਸਾਰਿਆਂ ਨੂੰ ਭੋਜਨ ਛਕਾਇਆ। ਸਾਰੇ ਪਰਿਵਾਰ ਨੇ ਬੜੇ ਪ੍ਰੇਮ ਨਾਲ ਆਪਣੀ ਰੁਚੀ ਅਨੁਸਾਰ ਖਾਧਾ। ਸਿੱਖ ਸੰਗਤ ਸਭ ਨੇ ਭੋਜਨ ਛਕਿਆ ਅਤੇ ਕੋਈ ਵਿਘਨ ਵੀ ਹੋਣ ਨਾ ਪਾਇਆ। ਸਤਿਗੁਰੂ ਜੀ ਦਾ ਪ੍ਰਤਾਪ ਬਹੁਤ ਵੱਡਾ ਹੈ। ਵਿਘਨ ਪਾਉਣ ਵਾਲਿਆਂ ਤੋਂ ਰਖਵਾਲੀ ਕੀਤੀ। ਉਹਨਾਂ ਨੇ ਸਾਰੇ ਕਾਰਜ ਪੂਰਨ ਕੀਤੇ ਅਤੇ ਸਾਰਿਆਂ ਨੇ ਗੁਰੂ ਜੀ ਦੇ ਮਾਰਗ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕੀਤਾ। ਉਸ ਦਿਨ ਤੋਂ ਸ਼ੀਹਾਂ ਉੱਪਲ ਗੁਰੂ ਜੀ ਦਾ ਸਿੱਖ ਹੋ ਗਿਆ। ਚਿੱਤ ਵਿੱਚ ਬਹੁਤ ਪ੍ਰੇਮ ਕਰਕੇ ਚਰਨਾਂ ਦੀ ਸੇਵਾ ਕਰਦਾ ਸੀ। ਗੁਰੂ ਜੀ ਬਾਰੇ ਉਸ ਦੀ ਪ੍ਰਤੀ ਦ੍ਰਿੜ ਹੋ ਗਈ। ਹੋਰ ਸਾਰਿਆਂ ਦੀ ਪੂਜਾ ਛੱਡ ਦਿੱਤੀ। ਜੋ ਸਾਰਿਆਂ ਨੂੰ ਛੱਡ ਕੇ ਗੁਰੂ ਜੀ ਦਾ ਆਸਰਾ ਫੜੇ, ਪ੍ਰਿਥਵੀ 'ਤੇ ਐਸੀ ਦੁਰਲਭ ਵਸਤੂ ਹੋਰ ਕੋਈ ਨਹੀਂ ਹੈ। ਸ਼ੀਹਾਂ ਉੱਪਲ ਉਸ ਤਰ੍ਹਾਂ ਹੀ ਸਤਿਗੁਰੂ ਜੀ ਦਾ ਮੱਥ ਧਾਰਨ ਕਰਕੇ ਗੁਰੂ ਜੀ ਦਾ ਸਿੱਖ ਹੋ ਗਿਆ। ਇਸ ਤੋਂ ਬਾਅਦ ਵੀ ਸ਼੍ਰੀ ਗੁਰੂ ਅੰਗਦ ਦੇਵ ਜੀ ਬਹੁਤ ਵਾਰ ਹਿੱਤ ਧਾਰਨ ਕਰਕੇ ਸ਼੍ਰੀ ਗੋਇੰਦਵਾਲ ਸਾਹਿਬ ਜਾਂਦੇ ਰਹੇ। ਆਪਣੇ ਸੇਵਕ ਨੂੰ ਮਿਲ ਕੇ ਆਨੰਦ ਦਿੰਦੇ ਸਨ। ਕਈ ਵਾਰੀ ਬਾਹਰ ਰਹਿੰਦੇ ਸਨ ਅਤੇ ਕਈ ਵਾਰੀ ਘਰ ਚਲੇ ਜਾਂਦੇ ਸਨ। ਇਸ ਪ੍ਰਕਾਰ ਕੁਝ ਸਮਾਂ ਬਿਤਾਇਆ ਅਤੇ ਜਗਤ ਵਿੱਚ ਸਿੱਖੀ ਮਾਰਗ ਪ੍ਰਗਟ ਕੀਤਾ। ਇੱਕ ਦਿਨ ਜਨਵਰੀ 1552 ਵਿੱਚ ਜਦ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਲੱਗਾ ਕਿ ਉਹਨਾਂ ਦਾ ਸਮਾਂ ਨੇੜੇ ਆ ਗਿਆ ਹੈ, ਤਾਂ ਪ੍ਰੇਮ, ਸਿਦਕ, ਘਾਲ ਕਮਾਈ ਤੇ ਯੋਗਤਾ ਦੇ ਪੱਖੋਂ ਹੱਕਦਾਰ ਸਮਝ ਕੇ ਸੰਗਤ ਦੇ ਸਾਹਮਣੇ 5 ਪੈਸੇ ਤੇ ਨਾਰੀਅਲ ਰੱਖ ਕੇ ਅਰਦਾਸ ਕਰ ਮੱਥਾ ਟੇਕਿਆ। ਗੁਰਿਆਈ ਦੇ ਤਿਲਕ ਦਾ ਮਾਣ ਬਾਬਾ ਬੁੱਢਾ ਜੀ ਨੂੰ ਬਖਸ਼ਿਆ। ਕਿਸੇ ਨੂੰ ਚੇਤਾ ਵੀ ਨਹੀਂ ਸੀ ਕਿ ਗੁਰਗੱਦੀ ਦੇ ਵਾਰਸ ਸ਼੍ਰੀ ਗੁਰੂ ਅਮਰਦਾਸ ਜੀ ਹੋ ਸਕਦੇ ਹਨ। ਇਤਨੇ ਨਿਮਾਣੇ ਤੇ ਇਤਨੀ ਬਿਰਧ ਅਵਸਥਾ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਸੂਰਜ ਸਮਾਨ ਹਨ। ਗੁਰੂ ਦੇ ਗੱਦੀ ਰੂਪੀ ਰਥ 'ਤੇ ਚੜ੍ਹ ਕੇ ਆਪ ਜੀ ਬਿਰਾਜਮਾਨ ਹੋ ਗਏ। ਆਪ ਜੀ ਦੇ ਪ੍ਰਤਾਪ ਦਾ ਸਭ ਪਾਸੇ ਜਸ ਫੈਲ ਗਿਆ। ਸ਼੍ਰੀ ਖਡੂਰ ਸਾਹਿਬ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਪੁਰਬ ਮਨਾ ਕੇ ਆਪ ਜੀ ਗੋਇੰਦਵਾਲ ਸਾਹਿਬ ਪਹੁੰਚ ਗਏ। ਦੀਨਾਂ ਦੇ ਨਾਥ ਨੇ ਸ੍ਰੇਸ਼ਟ ਗੁਰਗੱਦੀ ਪ੍ਰਾਪਤ ਕਰਕੇ ਆਨੰਦ ਮਗਨ ਹੋ ਕੇ ਆਪਣੇ ਸ੍ਰੇਸ਼ਟ ਘਰ ਵਿੱਚ ਪ੍ਰਵੇਸ਼ ਕੀਤਾ। ਘਰ ਵਿੱਚ ਇੱਕ ਸੁੰਦਰ ਚੁਬਾਰਾ ਸੀ। ਉਸ ਉੱਤੇ ਚੜ੍ਹ ਕੇ ਕਮਰੇ ਦੇ ਦਰਵਾਜ਼ੇ ਬੰਦ ਕਰ ਦਿੱਤੇ। ਨਾ ਬਾਹਰ ਨਿਕਲਦੇ ਸਨ ਅਤੇ ਨਾ ਹੀ ਕਿਸੇ ਨੂੰ ਬੁਲਾਉਂਦੇ ਸਨ। ਗੰਭੀਰ ਸਮਾਧੀ ਲਾ ਕੇ ਉਸ ਵਿੱਚ ਸਥਿਤ ਹੋ ਗਏ। ਇਕਾਂਤ ਵਿੱਚ ਹੋ ਕੇ ਆਨੰਦ ਵਿੱਚ ਲਿਵਲੀਨ ਹੋ ਗਏ। ਜਦ ਵੱਡੀ ਨਿਪੁੰਨ ਜੋਤ ਪ੍ਰਾਪਤ ਹੋਈ, ਜਿਸ ਜੋਤ ਬਾਰੇ ਵੇਦ ਵੀ ਨਹੀਂ ਬਿਆਨ ਕਰ ਸਕਦੇ ਅਤੇ ਮਨ ਬਾਣੀ ਸਮੇਤ ਜਿਸ ਨੂੰ ਕੋਈ ਜਾਣ ਨਹੀਂ ਸਕਦਾ, ਤਾਂ ਐਸੇ ਆਨੰਦ ਦੇ ਸਾਗਰ ਵਿੱਚ ਸਥਿਤ ਹੋ ਗਏ ਜਿਸ ਦੀ ਇੱਕ ਬੂੰਦ ਪ੍ਰਾਪਤ ਕਰਨ ਨਾਲ ਜਗਤ ਜਾਣਿਆ ਜਾ ਸਕਦਾ ਹੈ। ਬ੍ਰਹਿਮੰਡ ਆਦਿ ਤੋਂ ਲੈ ਕੇ ਕੀੜੀ ਤੱਕ ਉਸ ਦਾ ਅੰਤ ਪਾਇਆ ਨਹੀਂ ਜਾ ਸਕਦਾ। ਬਹੁਤ ਸਿੱਖ ਬਾਹਰ ਇਕੱਠੇ ਹੋ ਗਏ। ਉਹ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਸਨ। ਸਾਰਿਆਂ ਨੇ ਜਾ ਕੇ ਬਾਬਾ ਬੁੱਢਾ ਜੀ ਨੂੰ ਕਿਹਾ, ਆਪ ਜਾ ਕੇ ਗੁਰੂ ਜੀ ਨੂੰ ਮਿਲੋ ਤੇ ਸਿੱਖ ਸੰਗਤਾਂ ਬਾਰੇ ਉਹਨਾਂ ਨੂੰ ਖਬਰ ਪਹੁੰਚਾਓ। ਇਹ ਸੁਣ ਕੇ ਬਾਬਾ ਬੁੱਢਾ ਜੀ ਨੇ ਕਿਹਾ, ਗੁਰੂ ਜੀ ਅੰਤਰਜਾਮੀ ਜਾਣੀ ਜਾਣ ਹਨ। ਉਹ ਕੁਝ ਕਹਿਣ ਤੋਂ ਬਗੈਰ ਹੀ ਮਨ ਦੀ ਗੱਲ ਜਾਣ ਜਾਂਦੇ ਹਨ। ਜਦ ਆਪਣੀ ਮਹਾਨ ਦਇਆ ਕਰਨਗੇ ਤਾਂ ਫਿਰ ਆ ਕੇ ਸਭ ਨੂੰ ਦਰਸ਼ਨ ਦੇਣਗੇ। ਇਸ ਤਰ੍ਹਾਂ ਸਾਰਿਆਂ ਸਿੱਖਾਂ ਨੇ ਮਿਲ ਕੇ ਉੱਥੇ ਸ਼ਬਦ ਕੀਰਤਨ ਦਾ ਗਾਇਨ ਕੀਤਾ ਅਤੇ ਬੇਨਤੀਆਂ ਕੀਤੀਆਂ ਕਿ ਸਾਨੂੰ ਦਰਸ਼ਨ ਦੇਣ ਵਾਸਤੇ ਆਪਣੇ ਸੇਵਕਾਂ ਵਿੱਚ ਸਦਾ ਹੀ ਬਿਰਾਜੋ। ਸਾਰਿਆਂ ਨੇ ਹੁਣ ਆਪ ਜੀ ਨੂੰ ਹੀ ਆਪਣਾ ਆਸਰਾ ਮੰਨਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਸੱਚਖੰਡ ਵਿੱਚ ਚਲੇ ਗਏ ਹਨ। ਉਹਨਾਂ ਦੇ ਥਾਂ ਹੁਣ ਆਪ ਜੀ ਗੁਰੂ ਬਣੇ ਹੋ। ਨਾਮਦਾਨ ਦੇ ਕੇ ਇਸ ਸੰਸਾਰ ਨੂੰ ਤਾਰੋ। ਸਾਰਿਆਂ ਪਾਸੋਂ ਅਸਲ ਬੇਨਤੀ ਸੁਣ ਕੇ ਜੋ ਵੀ ਕਿਸੇ ਨੇ ਉਚਾਰਨ ਕੀਤਾ ਸੀ, ਗੁਰੂ ਜੀ ਨੇ ਇਸ ਪ੍ਰਕਾਰ ਕਿਹਾ, ਇਹੋ ਚੰਗੀ ਗੱਲ ਹੈ, ਸਾਡਾ ਸਦਾ ਹੀ ਸਿੱਖਾਂ ਵਿੱਚ ਨਿਵਾਸ ਰਹੇ। ਜੋ ਵੀ ਚਿੱਤ ਤੋਂ ਚਾਹੁਣ ਉਹਨਾਂ ਦੀ ਆਸ ਪੂਰੀ ਹੋਵੇ। ਗੁਰੂ ਜੀ ਦੇ ਸਿੱਖਾਂ ਦੇ ਵੱਡੇ ਭਾਗ ਹੋਏ। ਉਹਨਾਂ ਨੂੰ ਗੁਰੂ ਜੀ ਦਾ ਕਿਸੇ ਰੁਕਾਵਟ ਤੋਂ ਬਗੈਰ ਮਿਲਾਪ ਹੋ ਗਿਆ। ਇਸ ਤਰ੍ਹਾਂ ਬਹੁਤ ਪ੍ਰਕਾਰ ਬਚਨ ਬਿਲਾਸ ਕਰਕੇ ਸ਼੍ਰੀ ਗੁਰੂ ਜੀ ਆਪਣੇ ਆਸਨ ਤੋਂ ਉੱਠ ਬੈਠੇ। ਇਸ ਤਰ੍ਹਾਂ ਨਿਤਾ ਪ੍ਰਤੀ ਦਰਸ਼ਨ ਦਿੰਦੇ ਸਨ ਅਤੇ ਫਿਰ ਆ ਕੇ ਸੰਗਤ ਵਿੱਚ ਬੈਠ ਜਾਂਦੇ ਸਨ। ਹਿਰਨ ਰੂਪੀ ਮੋਹ ਨੂੰ ਮਾਰ ਕੇ ਸ਼ੇਰ ਰੂਪੀ ਗੁਰੂ ਜੀ ਮੋਹ ਦਾ ਨਾਸ਼ ਕਰਦੇ ਹਨ, ਜਿਨ੍ਹਾਂ ਨੂੰ ਵੇਖ ਕੇ ਸੰਤੋਖ ਪ੍ਰਾਪਤ ਹੁੰਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।